हे प्राणनाथ गोविंद कृपा निधान जगत गुरु। हे संसार ताप हरण करुणा में सब दुख हरो। हे शरण जोग दयाल दीनानाथ मया करो। शरीर स्वस्थ खीन समय सिमरंत नानक राम दमोदर माधव। सतनाम श्री वाहिगुरु साहिब जी। आसा हम कर सूत तनै नित ताना। कंठ जनेऊ तुम्हारे तुम तो वेद पढ़ो गायत्री। गोविंद हृदय हमारे मेरी जीवा बिसन नैन नारायण। हृदय बसे गोविंदा जम द्वार जब पूछस बबरे। तब क्या कह मुकंदा रहाओ। हम गोरु तुम ग्वार गोसाई जन्म जन्म रखवारे। कबू न पार उतार चरायो कैसे खसम हमारे। तू बामण मैं काशी कजुल्हा बूझो मोर ज्ञाना। तुम तो जाचे भूपत राजे हार स्यों मोर ध्याना। तू बामण मैं काशी कजुल्हा बूझो मोर ज्ञाना। तुम तो जाचे भूपत राजे हार स्यों मोर ध्याना। वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जीओ। गुरबाणी ਦੀ ਪਾਵਨ ਕਥਾ ਨਾਲ ਜੁੜਨ ਦਾ ਆਪਾਂ ਨੂੰ ਇਸ ਸਮੇਂ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਲੜੀਵਾਰ ਪਾਵਨ ਬਾਣੀ ਦੀ ਕਥਾ ਵਿਚਾਰ ਦੇ ਤਹਿਤ ਇਸ ਸਮੇਂ ਆਪ ਜੀ ਨੇ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 482 ਅੰਗ 'ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਇੱਕ ਪੰਡਤ ਦੇ ਨਾਲ ਇੱਕ ਬ੍ਰਾਹਮਣ ਦੇ ਨਾਲ ਉਸ ਦੇ ਕੀਤੇ ਹੋਏ ਸਵਾਲ ਦਾ ਜਵਾਬ ਦੇ ਕੇ ਉਹਨੂੰ ਪਰਮਾਤਮਾ ਦੀ ਭਗਤੀ ਨਾਲ ਜੋੜਨ ਦਾ ਯਤਨ ਕੀਤਾ ਹੈ। ਐਸਾ ਬ੍ਰਾਹਮਣ ਐਸਾ ਪੰਡਤ ਜਿਹੜਾ ਕਰਮ ਕਾਂਡ ਦੇ ਵਿੱਚ ਉਲਝਿਆ ਹੋਇਆ ਹੈ। ਔਰ ਭਗਤ ਕਬੀਰ ਸਾਹਿਬ ਨੇ ਵੀ ਆਪਣਾ ਆਸ਼ਾ ਦੱਸਿਆ ਹੈ। ਇਸ ਪਾਵਨ ਸ਼ਬਦ ਦੇ ਵਿੱਚ ਜੋ ਮੁੱਖ ਰੂਪ ਦੇ ਵਿੱਚ ਉਪਦੇਸ਼ ਹੈ ਉਹ ਇਹ ਹੈ ਕਿ ਧਰਮ ਦੀ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ ਮਨੁੱਖ ਨੂੰ ਧਰਮ ਦੀ ਸਮਝ ਨਹੀਂ ਹੈ ਤਾਂ ਇਹ ਕਰਮ ਕਾਂਡ ਨੂੰ ਹੀ ਧਰਮ ਸਮਝ ਲੈਂਦਾ ਹੈ ਅਤੇ ਸਾਰੀ ਉਮਰ ਉਹ ਕੁਝ ਕਰਦਾ ਹੈ। ਵੈਸੇ ਜੇ ਆਪਾਂ ਵੇਖੀਏ ਵਿਚਾਰ ਦੇ ਨਾਲ ਗੁਰਬਾਣੀ ਦੀ ਦੂਰ ਦ੍ਰਿਸ਼ਟੀ ਦੇ ਨਾਲ ਵੇਖੀਏ ਤਾਂ ਧਰਮੀ ਬੰਦੇ ਬਹੁਤ ਘੱਟ ਹਨ। ਪਖੰਡੀ ਲੋਕ ਬਹੁਤ ਹਨ। ਸਾਰੇ ਧਰਮਾਂ ਦੇ ਅੰਦਰ ਹੀ ਹਨ। ਭਾਵੇਂ ਕਿ ਇਹ ਸ਼ਬਦ ਇੱਕ ਕਰਮਕਾਂਡੀ ਪਖੰਡੀ ਬ੍ਰਾਹਮਣ ਦੇ ਪਰਥਾਏ ਹੈ ਪਰ ਇਹ ਸਾਰਿਆਂ ਵਾਸਤੇ ਹੈ। ਪਰਥਾਏ ਸ਼ਬਦ ਹੁੰਦਾ ਜਿਵੇਂ ਕਿਸੇ ਨੂੰ ਸੰਬੋਧਨ ਕਰਕੇ ਉਚਾਰਿਆ ਗਿਆ ਹੋਵੇ ਪਰ ਹੁੰਦਾ ਉਹਦਾ ਉਪਦੇਸ਼
ਸਾਰਿਆਂ ਵਾਸਤੇ ਹੈ ਪਰਤਾਏ। ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜਿਹੜੀ ਵਿਦਿਆ ਹੈ ਧਰਮ ਦੀ ਬਹੁਤ ਚੰਗੀ ਗੱਲ ਹੈ। ਧਰਮ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ ਹੈ ਔਰ ਧਰਮ ਗ੍ਰੰਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਜੇਕਰ ਮਨੁੱਖ ਪੜ੍ਹਨ ਤੱਕ ਹੀ ਸੀਮਤ ਰਿਹਾ ਅਤੇ ਉਹਨੂੰ ਆਪਣੇ ਜੀਵਨ ਵਿੱਚ ਨਹੀਂ ਲਿਆਂਦਾ, ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਫਿਰ ਐਸਾ ਮਨੁੱਖ ਭਾਵੇਂ ਕਿੰਨਾ ਵੀ ਪੜ੍ਹ ਲਵੇ, ਕਿੰਨੇ ਵੀ ਗ੍ਰੰਥ ਪੜ੍ਹ ਲਵੇ, ਜੇਕਰ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਇੱਕ ਨਾਲ ਨਹੀਂ ਜੁੜਿਆ, ਇੱਕ ਵਾਹਿਗੁਰੂ ਦੇ ਨਾਲ ਨਹੀਂ ਜੁੜਿਆ, ਸਿਮਰਨ ਕਰਨਾ ਇਹਦੇ ਜੀਵਨ ਵਿੱਚ ਨਹੀਂ ਆਇਆ, ਤਾਂ ਇਹਨੇ ਫਿਰ ਝੱਖ ਹੀ ਮਾਰੀ ਹੈ, ਹੋਰ ਕੁਝ ਨਹੀਂ ਕੀਤਾ। ਪਾਤਸ਼ਾਹ ਜੀ ਦੇ ਆਪਾਂ ਉਹ ਬਚਨ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਉਹ ਸ਼ਬਦ ਦੇ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਨਾਨਕ ਲੇਖੈ ਇੱਕ ਗੱਲ ਹੋਰ, ਹੋਮੈ ਚਖਣਾ ਚਾਖ। ਇੱਕ ਵੀ ਮਨੁੱਖ ਜੇਕਰ ਜੁੜਦਾ ਹੈ ਤਾਂ ਉਹ ਸੰਸਾਰ ਵਾਸਤੇ ਇੱਕ ਪ੍ਰਮਾਣ ਹੋ ਜਾਂਦਾ ਹੈ। ਸੰਸਾਰ ਦਾ ਭਲਾ ਕਰਨ ਦਾ ਉਹ ਬਲ ਰੱਖਦਾ ਹੈ, ਸੰਸਾਰ ਨੂੰ ਚੰਗੇ ਪਾਸੇ ਤੋਰਨ ਦੀ ਸਮਰੱਥਾ ਰੱਖਦਾ ਹੈ। ਪਰ ਦੂਸਰੇ ਪਾਸੇ ਪਖੰਡੀ ਲੋਕ ਜਿੰਨਾ ਮਰਜ਼ੀ ਕਰਮ ਕਾਂਡ ਕਰੀ ਜਾਣ, ਉਹਨਾਂ ਨੇ ਆਪ ਤਾਂ ਕੀ ਤਰਨਾ ਹੈ, ਸਗੋਂ ਦੂਜਿਆਂ ਨੂੰ ਵੀ ਡੋਬ ਦਿੰਦੇ ਨੇ, ਆਪ ਤਾਂ ਡੁੱਬਦੇ ਹੀ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਹੀ ਸ਼ਬਦ ਹੈ, ਖਾਸ ਕਰਕੇ ਜਿਹੜੇ ਧਰਮ ਦੇ ਪ੍ਰਚਾਰਕ, ਜਿਹੜੇ ਧਾਰਮਿਕ ਲੋਕ ਹੁੰਦੇ ਨੇ, ਭਾਵ ਜਿਹੜੇ ਧਾਰਮਿਕ ਅਸਥਾਨਾਂ 'ਤੇ ਸੇਵਾ ਕਰਨ ਵਾਲੇ ਨੇ, ਭਾਵੇਂ ਉਹ ਮੰਦਰ ਵਿੱਚ ਨੇ, ਭਾਵੇਂ ਉਹ ਮਸਜਿਦ ਦੇ ਵਿੱਚ ਨੇ, ਭਾਵੇਂ ਗੁਰੂਦੁਆਰੇ ਦੇ ਵਿੱਚ ਨੇ, ਅਤੇ ਭਾਵੇਂ ਚਰਚ ਘਰ ਵਿੱਚ ਨੇ, ਠਾਕੁਰ ਦੁਆਰੇ ਵਿੱਚ ਨੇ, ਕਿਸੇ ਵੀ ਥਾਂ 'ਤੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਐਸੇ ਲੋਕ ਆਪ ਧਰਮ ਤੋਂ ਬਹੁਤ ਦੂਰ ਹੁੰਦੇ ਹਨ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਇੱਕ ਸ਼ਬਦ ਹੈ, ਪੰਡੀਆ ਕਵਣ ਕੁਮਤ ਤੁਮ ਲਾਗੇ, ਡੂਬੋਗੇ ਪਰਵਾਰ ਸਗਲ ਸਿਉ ਰਾਮ ਨਾ ਜਪੋ ਅਭਾਗੇ। ਕਿਉਂਕਿ ਐਸੇ ਲੋਕ, ਉਹਨਾਂ ਨੇ ਕੇਵਲ ਧਰਮ ਦਾ ਬਾਣਾ ਪਾਇਆ ਅਤੇ ਉਹਨਾਂ ਦਾ ਜੀਵਨ ਕੀ ਹੈ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਜੀਵਾਂ ਦੀ ਹੱਤਿਆ ਕਰਦੇ ਹੋ। ਹੱਤਿਆ ਦੋ ਤਰ੍ਹਾਂ ਦੀ ਹੈ। ਇੱਕ ਤਾਂ ਹੈ ਹੱਤਿਆ, ਆਪਾਂ ਕਿਸੇ ਜੀਵ ਨੂੰ ਕਿਸੇ ਛੁਰੇ ਨਾਲ, ਕਿਸੇ ਸ਼ਸਤਰ ਦੇ ਨਾਲ ਵੱਢ ਦਈਏ, ਮਾਰ ਦਈਏ। ਇੱਕ ਹਿੰਸਾ ਹੈ ਬਚਨਾਂ ਦੇ ਦੁਆਰਾ, ਸਰੀਰ ਦੇ ਦੁਆਰਾ ਕਰਨੀ, ਬਚਨਾਂ ਦੇ ਦੁਆਰਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ। ਜਦੋਂ ਆਪਾਂ ਕਿਸੇ ਦੇ ਉਹ ਧਰਮ ਦੇ ਮਾਰਗ 'ਤੇ ਚੱਲ ਰਿਹਾ, ਉਹਨੂੰ ਆਪਾਂ ਟੋਕ ਦਿੰਦੇ ਹਾਂ ਬਿਨਾਂ ਮਤਲਬ ਤੋਂ ਹੀ, ਜਾਂ ਉਹਨੂੰ ਮਾੜਾ ਕਹਿੰਦੇ ਹਾਂ, ਉਹਦੇ ਕਰਮ ਨੂੰ ਮਾੜਾ ਕਹਿੰਦੇ ਹਾਂ, ਜੁੜੇ ਹੋਏ ਨੂੰ ਤੋੜ ਦੇਣਾ ਕਿਸੇ ਤਰ੍ਹਾਂ, ਇਹ ਵੀ ਹਿੰਸਾ ਹੈ। ਆ ਰਿਹਾ ਸੀ ਉਹ ਭਾਵਨਾ ਨਾਲ, ਹਾਂ ਜੇ ਕੋਈ ਸਮਝਾਉਣ ਵਾਲੀ ਗੱਲ ਸੀ ਉਹਨੂੰ ਪਿਆਰ ਨਾਲ ਸਮਝਾ ਦਿੰਦੇ, ਪਰ ਐਸਾ ਉਹਨੂੰ ਟੁੱਟ ਕੇ ਪਏ, ਉਹਨੇ ਆਉਣਾ ਹੀ ਛੱਡ ਦਿੱਤਾ। ਜੀ ਬਦੋ ਸੋ ਧਰਮ ਕਰ ਥਾਪੋ, ਜੀਵਾਂ ਨੂੰ ਮਾਰਦੇ ਹੋ ਅਤੇ ਇਹ ਕਹਿੰਦੇ ਹੋ ਧਰਮ ਦਾ ਕੰਮ ਹੈ। ਅਧਰਮ ਕਹੋ ਕਤ ਭਾਈ, ਫਿਰ ਅਧਰਮ ਕੀ ਹੋਵੇਗਾ? ਜੀਵਾਂ ਨੂੰ ਮਾਰਨਾ, ਜੀਵਾਂ ਦੀ ਹੱਤਿਆ ਕਰਨੀ ਜੇ ਧਰਮ ਹੈ, ਫਿਰ ਅਧਰਮ ਕਿਸ ਨੂੰ ਆਖੋਗੇ? ਔਰ ਆਪਸ ਕੋ ਮੁਨਵਰ ਕਰ ਥਾਪੋ, ਆਪਣੇ ਆਪ ਨੂੰ ਮੁਨੀ ਅਖਵਾਉਂਦੇ ਹੋ, ਭਾਵ ਸਭ ਨਾਲੋਂ ਉੱਚੇ ਅਖਵਾਉਂਦੇ ਹੋ। ਕਾ ਕੋ ਕਹੋ ਕਸਾਈ, ਫਿਰ ਕਸਾਈ ਕਿਹਨੂੰ ਆਖੋਗੇ? ਕਸਾਈ ਦਾ ਫਿਰ ਕੀ ਕੰਮ ਹੋਇਆ? ਕਿਉਂਕਿ ਮੰਦਰਾਂ ਦੇ ਵਿੱਚ
ਜੀਵਾਂ ਨੂੰ ਮਾਰਿਆ ਜਾਂਦਾ ਸੀ। ਇਸ ਕਰਕੇ ਕਿ ਇਹਦੇ ਨਾਲ ਦੇਵੀ ਪ੍ਰਸੰਨ ਹੁੰਦੀ ਹੈ ਜਾਂ ਜਿਹੜਾ ਦੇਵਤਾ ਹੈ ਉਹ ਪ੍ਰਸੰਨ ਹੁੰਦਾ ਹੈ। ਧਾਰਮਿਕ ਮੰਦਰਾਂ ਵਿੱਚ ਅੱਜ ਵੀ ਇਹ ਕੰਮ ਹੁੰਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਜੇ ਕਰ ਤੁਸੀਂ ਇੱਦਾਂ ਕਹਿੰਦੇ ਹੋ ਅਤੇ ਇਹ ਕੰਮ ਕਰਦੇ ਹੋ, ਫਿਰ ਕਸਾਈ ਦਾ ਕੰਮ ਕੀ ਹੋਇਆ? ਬੱਕਰੇ ਜਾਂ ਜਾਨਵਰ ਪਸ਼ੂ ਤੁਸੀਂ ਵੱਢ ਰਹੇ ਹੋ ਮੰਦਰਾਂ ਦੇ ਵਿੱਚ, ਅਤੇ ਫਿਰ ਕਸਾਈ ਕੀ ਕਰੇਗਾ? ਕਸਾਈ ਕਿਸ ਨੂੰ ਆਖੋਗੇ? ਕਸਾਈ ਦਾ ਵੈਸੇ ਜੇ ਆਪਾਂ ਅਰਥ ਕਰੀਏ ਨਾ ਸ਼ਬਦ ਦਾ, ਉਹ ਹੈ ਜਿਹੜਾ ਜੀਵਾਂ ਨੂੰ ਕੱਸ ਕੇ ਬੰਨ੍ਹ ਕੇ ਮਾਰਦਾ, ਹਿੱਲਣ ਨਹੀਂ ਦਿੰਦਾ, ਬੜੀ ਨਿਰਦਇਤਾ ਦੇ ਨਾਲ, ਬੜੀ ਕਠੋਰਤਾ ਦੇ ਨਾਲ। ਅਤੇ ਇਸੇ ਤਰ੍ਹਾਂ ਜੇ ਮੰਦਰਾਂ ਵਿੱਚ ਧਾਰਮਿਕ ਸਥਾਨਾਂ ਵਿੱਚ ਇਹ ਹੁੰਦਾ ਹੈ, ਫਿਰ ਕਸਾਈ ਕਿਹਨੂੰ ਆਖੋਗੇ? ਤੁਸੀਂ ਵੀ ਤਾਂ ਉਹੀ ਕੁਝ ਕਰ ਰਹੇ ਹੋ। ਤੋ ਇਸ ਤਰ੍ਹਾਂ ਦੇ ਲੋਕ ਜਿਹੜੇ ਕੇਵਲ ਧਰਮ ਦਾ ਪਹਿਰਾਵਾ ਪਾ ਲਿਆ, ਵਿੱਦਿਆ ਪੜ੍ਹ ਲਈ, ਉਹਦਾ ਹੰਕਾਰ ਚੁੱਕੀ ਫਿਰੇ ਅਤੇ ਕਿਸੇ ਨੂੰ ਪਛਾਣਦੇ ਨਹੀਂ। ਵਿੱਦਿਆ ਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਦਾਂ ਨੂੰ ਪੜ੍ਹੋ, ਧਾਰਮਿਕ ਗ੍ਰੰਥਾਂ ਨੂੰ ਪੜ੍ਹੋ, ਪਰ ਤੁਹਾਡੇ ਵਿੱਚ ਇਹ ਗੁਣ ਆਉਣਾ ਚਾਹੀਦਾ ਹੈ। ਜੇ ਗੁਣ ਨਹੀਂ ਆਇਆ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਤੁਹਾਨੂੰ ਕੋਈ ਲਾਭ ਨਹੀਂ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਵੇਦਾਂ ਨੂੰ, ਪੁਰਾਣਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਤੁਹਾਡੇ ਵਿੱਚ ਇਹ ਗੁਣ ਆਉਣਾ ਚਾਹੀਦਾ ਸੀ ਕਿ ਸਿਮਰੇ ਹਰਿ ਕੋ ਨਾਮਾ, ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗ ਜਾਂਦੇ, ਭਗਤੀ ਕਰਨ ਲੱਗ ਜਾਂਦੇ। ਪਰ ਇਹ ਤਾਂ ਪੜ੍ਹ ਪੜ੍ਹ ਕੇ ਹੋਰ ਹੰਕਾਰੀ ਹੋ ਗਏ। ਔਰ ਮਨੁੱਖ ਦੇ ਮਨ ਵਿੱਚ ਜਿੰਨੀ ਨਫ਼ਰਤ ਧਰਮ ਦੁਆਰਾ ਪਾਈ ਹੈ, ਇੰਨੀ ਹੋਰ ਨਹੀਂ। ਵੇਖੋ ਜਿੰਨਾ ਨਫ਼ਰਤ ਧਰਮ ਦੇ ਦੁਆਰਾ ਪਾਈ ਗਈ ਹੈ, ਵੰਡੀਆਂ ਪਾ ਦਿੱਤੀਆਂ ਗਈਆਂ ਹੈ, ਤਾਂ ਮਨੁੱਖੀ ਉਹਨੂੰ ਸ਼ੂਦਰ ਦਾ ਨਾਮ ਦੇਤਾ। ਤੂੰ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦਾ, ਤੂੰ ਮੰਦਰ ਵਿੱਚ ਨਹੀਂ ਆ ਸਕਦਾ, ਔਰ ਕੋਈ ਧਰਮ ਦਾ ਕੰਮ ਨਹੀਂ ਤੂੰ ਕਰ ਸਕਦਾ, ਬਸ ਤੇਰਾ ਇਹ ਕੰਮ ਹੈ ਹੀ ਨਹੀਂ। ਇਸ ਤਰ੍ਹਾਂ ਹੋਰ ਵੀ ਤੋ ਜਿੰਨੀ ਨਫ਼ਰਤ ਧਰਮ ਦੇ ਦੁਆਰਾ ਫੈਲਾਈ ਗਈ ਹੈ, ਤੁਸੀਂ ਵੇਖੋ ਦੁਨੀਆ ਵਿੱਚ ਬਹੁਤੇ ਜੰਗ, ਬਹੁਤਾ ਨੁਕਸਾਨ ਧਰਮਾਂ ਦੇ ਕਰਕੇ ਹੋ ਰਿਹਾ ਹੈ। ਜਿੰਨਾ ਦੁਨੀਆ ਵਿੱਚ ਕਲੇਸ਼ ਪੈ ਰਿਹਾ, ਬਹੁਤਾ ਉਹ ਧਰਮਾਂ ਕਰਕੇ ਹੋ ਰਿਹਾ ਹੈ। ਧਰਮ ਦੀ ਸਮਝ ਨਹੀਂ ਹੈ, ਧਰਮ ਦੇ ਨਾਮ 'ਤੇ ਲੜੀ ਜਾਂਦੇ ਨੇ, ਸਾਡਾ ਧਰਮ ਚੰਗਾ, ਸਾਡਾ ਧਰਮ ਚੰਗਾ। ਅਤੇ ਆਪਾਂ ਵੀ ਪਿੱਛੇ ਨਹੀਂ ਰਹੇ, ਅਸੀਂ ਵੀ ਉਹਨਾਂ ਵਾਂਗ ਹੀ ਚੱਲ ਰਹੇ ਹਾਂ। ਵੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, 10 ਗੁਰੂ ਸਾਹਿਬਾਨ ਸਰੀਰਕ ਜਾਮੇ ਵਿੱਚ ਥਾਂ ਪਰ ਥਾਂ ਗਏ। ਉੱਥੇ ਮਹਾਰਾਜ ਨੇ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਆਖਿਆ, ਪਰ ਆਪਣਾ ਪੱਖ ਰੱਖਿਆ ਮਹਾਰਾਜ ਨੇ ਵੀ ਇੱਦਾਂ ਹੈ। ਅਤੇ ਉਹਨਾਂ ਨੂੰ ਸਮਝ ਆ ਗਈ ਵਾਕਿਆ ਹੀ ਇਹ ਗੱਲ ਬਿਲਕੁਲ ਇੱਦਾਂ ਠੀਕ ਹੈ। ਜੋ ਕਰਮ ਕਾਂਡ ਪਖੰਡ ਕਰ ਰਹੇ ਸੀ, ਉਹਦੇ ਵਿੱਚੋਂ ਬਾਹਰ ਨਿਕਲ ਗਏ ਉਹ ਲੋਕ। ਸਾਨੂੰ ਆਪਣੇ ਧਰਮ ਦੀ ਸੋਝੀ ਨਹੀਂ ਹੈ। ਇੱਕ ਇੰਗਲੈਂਡ ਦੇ ਵਿੱਚ ਉੱਥੋਂ ਦਾ ਇੱਕ ਬਹੁਤ ਵੱਡਾ ਰਾਈਟਰ ਹੋਇਆ ਹੈ, ਦਾਸ ਨੂੰ ਉਹਦਾ ਨਾਮ ਵਿਸਰ ਗਿਆ ਹੈ, ਉਹਦੀ ਲਿਖਤਾਂ ਮਿਲਦੀਆਂ ਨੇ। ਉਹਨੇ ਅੱਜ ਤੋਂ ਕੁਝ ਦਹਾਕੇ ਪਹਿਲਾਂ ਇਹ ਗੱਲ ਆਖੀ ਸੀ ਵੀ ਸਿੱਖ ਕੌਮ ਇੱਕ ਬਹੁਤ ਵੱਡਾ ਇਹ ਕਸੂਰ ਕੀਤਾ, ਇਹਦਾ ਕਸੂਰ ਮਾਫਯੋਗ ਨਹੀਂ ਹੈ ਸਿੱਖ ਕੌਮ ਦਾ। ਉਹ ਕਸੂਰ ਕੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਸਾਰਾ, ਮਹਾਰਾਜ ਜੀ ਦੀ ਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਿਆ, ਵਿਚਾਰਿਆ, ਅਤੇ ਇੱਕ ਗੱਲ 'ਤੇ ਪਹੁੰਚਿਆ। ਕਹਿੰਦਾ ਵੀ ਵਰਲਡ ਵਾਰ ਜਿਹੜੀ ਤੀਸਰੀ ਹੈ, ਤੀਸਰਾ ਜਿਹੜਾ ਵਰਲਡ ਵਾਰ ਜੰਗ ਲੱਗਣ ਵਾਲਾ, ਉਹਦੇ ਤੋਂ ਬਚਾ ਸਕਦਾ ਕੇਵਲ ਗੁਰੂ ਗ੍ਰੰਥ ਸਾਹਿਬ। ਅਤੇ ਸਿੱਖ ਕੌਮ ਨੇ ਇਹ ਕਸੂਰ ਕੀਤਾ ਕਿ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਜੋੜ ਸਕੇ। ਆਪਾਂ ਤਾਂ ਆਪਣੇ ਆਪ ਹੀ ਨਹੀਂ ਜੁੜੇ ਹਾਂ, ਆਪਾਂ ਕਿਸੇ ਨੂੰ ਕੀ ਜੋੜਨਾ ਹੈ।
ਤੁਸੀਂ ਕਦੇ ਗੁਰਦੁਆਰੇ ਸਮਾਗਮ ਹੋਵੇ ਨਾ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਬੈਠੀ ਹੋਵੇ ਤੇ ਸਾਰੇ ਸਿੱਖ ਹੋਣਗੇ, ਉਹਨਾਂ ਵਿੱਚੋਂ ਖੜੇ ਕਰ ਲਓ ਵੀ ਤੁਹਾਡੇ ਵਿੱਚੋਂ ਜਪਜੀ ਸਾਹਿਬ ਕਿੰਨਿਆਂ ਨੂੰ ਕੰਠ ਹੈ, ਰਹਿ ਰਾਸ ਕਿੰਨਿਆਂ ਨੂੰ ਕੰਠ ਹੈ, ਤੇ ਸਾਨੂੰ ਪਤਾ ਲੱਗ ਜਾਵੇਗਾ ਕਿ ਸਿੱਖਾਂ ਦਾ ਪੈਮਾਨਾ ਸਿੱਖ ਕਿੱਥੋਂ ਤੱਕ ਨੇ। ਸਾਡਾ ਸੰਬੰਧ ਕੇਵਲ ਲੰਗਰਾਂ ਤੱਕ ਰਹਿ ਗਿਆ, ਨਗਰ ਕੀਰਤਾਂ ਤੱਕ ਰਹਿ ਗਿਆ, ਬਸ ਲਾਲਾ ਲਾਲਾ ਰਹਿ ਗਈ ਹੈ, ਹੋਰ ਕੁਝ ਨਹੀਂ ਗੱਲਬਾਤ। ਗੁਰਬਾਣੀ ਦੇ ਨਾਲ ਜੁੜਨਾ ਸੀ, ਗੁਰਬਾਣੀ ਨਾਲ ਜੋੜਨਾ ਸੀ। ਜਿਹੜੇ ਸਾਡੇ ਧਾਰਮਿਕ ਅਸਥਾਨ ਨੇ ਇਹ ਕਮਰਸ਼ੀਅਲ ਅਸਥਾਨ ਬਣ ਗਏ ਨੇ। ਵੇਖੋ ਆਪਾਂ ਇੱਥੇ ਸੰਗਤਾਂ ਇਸ ਕਰਕੇ ਨਹੀਂ, ਇਹ ਦਰਬਾਰ ਜਿੰਨੇ ਵੀ ਗੁਰਦੁਆਰੇ ਨੇ ਵੀ ਏਸੀ ਹਾਲ ਹੋਣੇ ਚਾਹੀਦੇ ਨਹੀਂ ਵੀ ਇੱਥੇ ਬੈਠ ਕੇ ਸੰਗਤ ਬਾਣੀ ਦੀ ਸੰਥਿਆ ਲਏਗੀ, ਨਹੀਂ। ਇੱਥੇ ਅਸੀਂ ਭੋਗ ਕਰਨੇ ਨੇ, ਇੱਥੇ ਅਸੀਂ ਖੁਸ਼ੀ ਦੇ ਸਮਾਗਮ ਕਰਨੇ ਨੇ, ਸਾਨੂੰ ਇੱਥੇ ਗਰਮੀ ਨਾ ਲੱਗੇ, ਠੰਡ ਨਾ ਲੱਗੇ। ਹੋਰ ਇੱਥੇ ਕੋਈ ਆਪਾਂ ਇਹ ਹਾਲ ਇਸ ਕਰਕੇ ਵਧੀਆ ਨਹੀਂ ਬਣਾਏ ਗੁਰਦੁਆਰੇ ਵੀ ਇੱਥੇ ਬੈਠ ਕੇ ਸੰਥਿਆ ਲੈਣੀ ਹੈ, ਬਾਣੀ ਸਿੱਖਣੀ ਜਾਂ ਸਿਖਾਣੀ, ਨਾ, ਇਹ ਤਾਂ ਸਵਾਲ ਹੀ ਨਹੀਂ ਹੈ। ਬਸ ਆਪਾਂ ਕੰਨ ਰਸ ਤੱਕ ਸੀਮਤ ਰਹਿ ਗਏ ਵੀ ਬਸ ਇੰਨਾ ਕੁ ਕੰਮ ਹੈ। ਸਾਡੇ ਬੱਚੇ ਇਸ ਕਰਕੇ ਬਾਣੀ ਤੋਂ ਦੂਰ ਜਾ ਰਹੇ ਨੇ, ਬਾਣੇ ਤੋਂ ਦੂਰ ਜਾ ਰਹੇ ਨੇ। ਤੋ ਇਸ ਤਰ੍ਹਾਂ ਜਿਹੜਾ ਪਖੰਡਵਾਦ ਹੈ ਉਹ ਬਹੁਤ ਫੈਲਿਆ, ਅਤੇ ਉਹ ਕਹਿੰਦਾ ਵੀ ਸਿੱਖ ਕੌਮ ਇਸ ਗੱਲ ਦੀ ਕਸੂਰਵਾਰ ਹੈ ਕਿ ਬਾਣੀ ਜਿਹੜੀ ਸਰਬ ਸਾਂਝੀ ਸੀ ਇਹਨੂੰ ਘਰ ਘਰ ਪਹੁੰਚਾਉਣਾ ਸੀ। ਆਪ ਜੁੜਾਂਗੇ ਤਾਂ ਹੀ ਦੂਜਿਆਂ ਨੂੰ ਜੋੜਾਂਗੇ। ਤੋ ਐਸਾ ਪਖੰਡਵਾਦ ਸਾਰੇ ਪਾਸੇ ਫੈਲ ਗਿਆ। ਬਸ ਜਿਹਦੇ ਹੱਥ ਵਿੱਚ ਕੋਈ ਕਲਾ ਆ ਗਈ ਉਹ ਕਹਿੰਦਾ ਬਸ ਹੁਣ ਮੈਂ ਹੀ ਧਰਮ ਦਾ ਠੇਕੇਦਾਰ ਹਾਂ। ਧਰਮ ਨਾਲ ਆਪ ਜੁੜਨਾ ਸੀ, ਹੋਰਨਾਂ ਨੂੰ ਜੋੜਨਾ ਸੀ। ਦੇਖੋ ਅੱਜ ਸਾਡੇ ਕੋਲ ਕਿੰਨੇ ਸਾਧਨ ਨੇ, ਆਪਾਂ ਉਹਨਾਂ ਨੂੰ ਵਰਤਦੇ ਨਹੀਂ ਸਹੀ ਤਰੀਕੇ ਦੇ ਨਾਲ। ਗੁਰੂ ਨਾਨਕ ਪਾਤਸ਼ਾਹ ਜੀ ਪੈਦਲ ਤੁਰ ਕੇ ਮਹਾਰਾਜ ਵੇਖੋ ਸੰਸਾਰ ਦੇ ਵਿੱਚ, ਭਾਈ ਗੁਰਦਾਸ ਜੀ ਕਹਿੰਦੇ ਜਿੱਤੀ ਨਵਖੰਡ ਪ੍ਰਿਥਵੀ, 9 ਖੰਡ ਪ੍ਰਿਥਵੀ ਦਾ ਮਹਾਰਾਜ ਭਰਮਣ ਕਰਦੇ ਨੇ, ਤੇ ਥਾਂ ਪਰ ਥਾਂ ਜਾ ਕੇ ਸਿੱਖੀ ਦਾ ਬੀਜ ਬੀਜਦੇ ਨੇ, ਨਾਮ ਦੇ ਨਾਲ ਜੋੜਦੇ ਨੇ। ਭਾਈ ਕੌਡਾ, ਜਿਹਨੂੰ ਕੌਡਾ ਰਾਖਸ਼ ਆਖਿਆ ਜਾਂਦਾ ਸੀ, ਇਹ ਕੌਡਾ ਜਿਹੜਾ ਕੋਈ ਦਾਨਵ ਨਹੀਂ ਸੀ, ਰਾਖਸ਼ ਨਹੀਂ ਸੀ। ਇਹ ਜਿਹੜੇ ਦਰਾਵੜ ਨੇ ਨਾ, ਦਰਾਵੜ, ਇਹ ਉਹਨਾਂ ਦੇ ਵਿੱਚੋਂ ਸੀ। ਉਹ ਹੁਣ ਦੇਖੋ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ, ਬੇਸਮਝੀ ਵਿੱਚ ਬੰਦਿਆਂ ਨੂੰ ਮਾਰ ਮਾਰ ਕੇ ਖਾਈ ਜਾਂਦੇ ਜੰਗਲਾਂ ਵਿੱਚ। ਅੱਜ ਵੀ ਕਈ ਥਾਵਾਂ 'ਤੇ ਜੰਗਲੀ ਇਲਾਕੇ ਵਿੱਚ ਇੱਦਾਂ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਕੈਸਾ ਮਹਾਰਾਜ ਜੀ ਦਾ ਆਭਾ ਮੰਡਲ ਹੋਵੇਗਾ ਕਿ ਕੌਡਾ ਰਾਖਸ਼ ਜਿਹੜਾ ਸੀ ਉਹਨੂੰ ਵੀ ਮਹਾਰਾਜ ਨੇ ਸਿੱਖ ਬਣਾਇਆ ਅਤੇ ਉਸ ਇਲਾਕੇ ਵਿੱਚ ਪ੍ਰਚਾਰਕ ਥਾਪਿਆ ਸੀ। ਇਤਿਹਾਸ ਨੂੰ ਪੜ੍ਹੋ, ਭਾਈ ਕੌਡੇ ਨੇ ਬੜੇ ਲੋਕਾਂ ਨੂੰ, ਟੁੱਟਿਆਂ ਹੋਇਆਂ ਨੂੰ ਬਾਣੀ ਨਾਲ ਜੋੜ ਦਿੱਤਾ। ਟੁੱਟਿਆਂ ਹੋਇਆਂ ਨੂੰ ਐਸੀ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਕਿਉਂਕਿ ਮਹਾਰਾਜ ਨੇ ਸਮਝਾਇਆ ਬਾਣੀ ਦੇ ਦੁਆਰਾ, ਸ਼ਬਦ ਦੇ ਦੁਆਰਾ। ਪਰ ਉਹਦੇ ਵਾਸਤੇ ਸਾਨੂੰ ਆਪ ਪਹਿਲਾਂ ਬਾਣੀ ਦੇ ਨਾਲ ਜੁੜਨਾ ਪਵੇਗਾ। ਜੇ ਆਪਾਂ ਨੂੰ ਸਮਝ ਨਹੀਂ, ਆਪਾਂ ਦੂਜੇ ਨੂੰ ਕਿਵੇਂ ਸਮਝਾ ਸਕਦੇ ਹਾਂ ਬਾਣੀ ਬਾਰੇ। ਤੋ ਭਗਤ ਕਬੀਰ ਸਾਹਿਬ ਜੀ, ਇੱਥੇ ਇੱਕ ਬ੍ਰਾਹਮਣ, ਉਹ ਆਪਣੇ ਜਨੇਊ ਪਾਏ ਹੋਏ ਦਾ, ਟਿੱਕੇ ਦਾ ਬਹੁਤ ਹੰਕਾਰ ਕਰ ਰਿਹਾ ਹੈ, ਅਤੇ ਭਗਤ ਕਬੀਰ ਸਾਹਿਬ ਉਹਨੂੰ ਫਿਰ ਸਮਝਾ ਰਹੇ ਨੇ। ਆਓ ਪਾਵਨ ਸ਼ਬਦ ਦੇ ਨਾਲ ਸਾਂਝ ਪਾਈਏ। ਫਰਮਾਨ ਕੀਤਾ ਹੈ, ਆਸਾ ਆਸਾ ਰਾਗ ਹੈ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਹਮ ਘਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਇਹ ਸੂਤ ਦਾ ਬਣਿਆ ਹੋਇਆ ਜਨੇਊ ਪੰਡਤ ਨੇ ਗਲ ਵਿੱਚ ਪਾਇਆ ਹੋਇਆ ਹੈ, ਬੜਾ ਹੰਕਾਰ ਕਰ ਰਿਹਾ ਹੈ। ਅਤੇ ਭਗਤ ਕਬੀਰ ਸਾਹਿਬ ਕਹਿੰਦੇ, ਤੂੰ ਤਾਂ ਇਹ 2-4 ਤੰਦਾਂ ਸੂਤ ਦੀਆਂ ਗਲ ਵਿੱਚ ਪਾਈਆਂ ਨੇ, ਧਾਗਾ ਬਣਾ ਕੇ ਇਕੱਠਾ ਕਰਕੇ। ਸਾਡੇ ਘਰ 'ਤੇ ਪਤਾ ਨਹੀਂ ਰੋਜ਼ ਕਿੰਨਾ ਸੂਤਰ ਕੱਤਿਆ ਜਾਂਦਾ ਹੈ, ਧਾਗੇ ਦਾ ਕਾਹਦਾ ਹੰਕਾਰ ਕਰ ਰਿਹਾ ਹੈ।
ਇਹ ਜਿਹੜਾ ਧਾਗਾ ਤੂੰ ਪਾਏ ਤਾਂ ਕੁਝ ਵੀ ਨਹੀਂ। ਸਾਡੇ ਘਰ ਤੇ ਪਤਾ ਨਹੀਂ ਕਿੰਨਾ ਕੁ ਅਸੀਂ ਸੂਤ ਰੋਜ਼ ਕੱਤ ਦਿੰਦੇ। ਹਮ ਘਰ ਸੂਤ ਤਨੈ ਨਿਤ ਤਾਨਾ, ਨੇਤੀ ਤਾਣਾ ਲੱਗਿਆ ਰਹਿੰਦਾ ਸੂਤ ਤੜਨ ਵਾਲਾ, ਸੂਤ ਕੱਤਦੇ ਹਾਂ। ਕੰਠ ਜਨੇਊ ਤੁਮਾਰੇ, ਜਿਹਨੂੰ ਤੂੰ ਜਨੇਊ ਬਣਾ ਕੇ ਗਲ ਵਿੱਚ ਪਾਇਆ ਵੀ ਇਹ ਧਾਗਾ ਜਨੇਊ ਹੈ ਤੇ ਇਹ ਧਰਮ ਦੀ ਰੱਖਿਅਕ ਮੇਰਾ ਨਿਸ਼ਾਨ ਹੈ, ਇਹਨੂੰ ਤੂੰ ਗਲ ਵਿੱਚ ਪਾਇਆ। ਅਸੀਂ ਪਤਾ ਨਹੀਂ ਕਿੰਨਾ ਕਿਸ ਤਰ੍ਹਾਂ ਦਾ ਜਨੇਊ ਜਿਹੜਾ ਸੂਤਰ ਧਾਗਾ ਆਪਣੇ ਘਰ ਵਿੱਚ ਰੋਜ਼ ਕੱਤਦੇ ਹਾਂ, ਤੂੰ ਇੱਕ ਧਾਗਾ ਗਲ ਵਿੱਚ ਪਾ ਕੇ ਇਹਦਾ ਹੰਕਾਰ ਕਰੀ ਜਾਂਦਾ ਹੈ। ਤੇ ਫਰਮਾਨ ਕੀਤਾ ਹੈ ਤੁਮ ਤੋ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਪਤਾ ਨਹੀਂ ਕਿੰਨੇ ਕੁ ਵੇਦ ਪੜ੍ਹੇ ਨੇ, ਧਾਰਮਿਕ ਗ੍ਰੰਥ ਪੜ੍ਹੇ ਨੇ, ਸ਼ਾਸਤਰ ਪੜ੍ਹੇ ਨੇ, ਪੁਰਾਣ ਪੜ੍ਹੇ ਨੇ, ਗਾਇਤਰੀ ਆਦਿ ਦਾ ਵੀ ਰੋਜ਼ ਜਾਪ ਕਰਦਾ ਹੈ, ਪਰ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਿਆ। ਉਹ ਵਾਹਿਗੁਰੂ ਗੋਬਿੰਦ ਸਾਡੇ ਹਿਰਦੇ ਵਿੱਚ ਵਸਦਾ ਹੈ, ਸਾਨੂੰ ਉਹਦੀ ਪ੍ਰਾਪਤੀ ਹੈ। ਤੁਸੀਂ ਬਸ ਉਹਨੂੰ ਮਿਲਣ ਵਾਲੀ ਮਰਿਆਦਾ ਤਾਂ ਪੜ੍ਹੀ, ਪਰ ਉਹਦੇ ਮਾਰਗ 'ਤੇ ਤੁਰੇ ਨਹੀਂ ਹੋ। ਜਿਵੇਂ ਆਪਣੀ ਹਾਲਤ ਵੀ ਇਹੀ ਹੈ ਗੁਰਮੁਖੋ, ਜਿਵੇਂ ਆਪਾਂ ਇੱਥੋਂ ਆ ਜਿਹੜਾ ਬਾਈਪਾਸ ਗਗਨ ਚੌਂਕ ਹੈ ਉੱਥੇ ਖੜ੍ਹ ਜਾਈਏ ਤੇ ਪੜ੍ਹੀ ਜਾਈਏ, ਇੱਥੋਂ ਅੰਮ੍ਰਿਤਸਰ ਇੰਨੇ 100 ਕਿਲੋਮੀਟਰ ਹੈ ਜੀ। ਪੜ੍ਹੀ ਜਾਈਏ ਸਵੇਰੇ ਸ਼ਾਮ, ਰੱਟਾ ਲਾ ਦੀ ਉੱਚੀ ਉੱਚੀ ਕੂਕ ਕੇ ਪੜ੍ਹੀਏ ਜੀ ਅੰਮ੍ਰਿਤਸਰ ਇੱਥੋਂ ਇੰਨੀ ਦੂਰ ਹੈ, ਇੰਨੀ ਦੂਰ ਹੈ। ਪੜ੍ਹੀ ਜਾਓ ਬਸ, ਤੁਰਿਆ ਇੱਕ ਕਦਮ ਵੀ ਨਹੀਂ, ਤੁਰਿਆ ਤਾਂ ਇੱਕ ਕਦਮ ਵੀ ਨਹੀਂ, ਪੜ੍ਹੀ ਜਾ ਰਿਹਾ ਵੀ ਇੱਥੋਂ ਅੰਮ੍ਰਿਤਸਰ ਇੰਨੀ ਦੂਰ ਹੈ, ਉੱਥੇ ਬੜਾ ਆਨੰਦ ਹੈ, ਉੱਥੇ ਬਾਣੀ ਦੀ ਕਿਰਪਾ ਵਰਦੀ, ਮਹਾਰਾਜ ਜੀ ਦੇ ਪ੍ਰਤੱਖ ਉੱਥੇ ਪਹਿਰਾ ਵਰਤਦਾ ਹੈ, ਬੜੀ ਬਖਸ਼ਿਸ਼ ਹੈ। ਪੜ੍ਹੀ ਜਾ ਰਿਹਾ ਪਰ ਗਿਆ ਇੱਕ ਕਦਮ ਅੱਗੇ ਨਹੀਂ, ਕਿਵੇਂ ਪਹੁੰਚੇਗਾ? ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਣ ਸੇ ਜਾਈ ਹੈ। ਗੱਲਾਂ ਨਾਲ ਗੱਲ ਨਹੀਂ ਬਣਨੀ, ਨਾਮ ਦੀ ਕਮਾਈ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਪਵੇਗਾ। ਬਸ ਆਪਣਾ ਹਾਲ ਵੀ ਇਹੀ ਹੈ। ਆਪਾਂ ਵੀ ਉਹ ਰੱਖੜੀ ਨਹੀਂ ਮਨਾਉਣੀ ਜੀ, ਸੰਗਰਾਂਦ ਨਹੀਂ ਮਨਾਉਣੀ, ਮੱਸਿਆ ਨਹੀਂ ਮਨਾਉਣੀ, ਠੀਕ ਹੈ, ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਪੰਚਮੀ ਨਹੀਂ ਮਨਾਉਣੀ, ਦਸਵੀਂ ਨਹੀਂ ਮਨਾਉਣੀ, ਪਰ ਜਿਹਨੂੰ ਮਨਾਉਣਾ ਉਹਨੂੰ ਤਾਂ ਭੁੱਲੇ ਬੈਠੇ ਆ, ਹੋਰ ਕੁਝ ਪੜ੍ਹੀ ਜਾ ਰਹੇ ਆ। ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਵੀ ਇਹ ਵੀ ਦੱਸ ਦਿਓ ਕਰਨਾ ਕੀ ਹੈ। ਵੇਖੋ ਇਹ ਕਹਿਣ ਦੀ ਲੋੜ ਨਹੀਂ ਹੈ, ਆਪਾਂ ਕਹੀ ਜਾਈਏ ਇਹ ਨਸ਼ਾ ਮਾੜਾ, ਇਹ ਨਸ਼ਾ ਮਾੜਾ। ਬਸ ਜਦੋਂ ਕਿਸੇ ਬੰਦੇ ਨੂੰ ਕਿਸੇ ਪਾਸੇ ਲਾ ਦਈਏ ਨਾ, ਉਹ ਆਪੇ ਬੁਰੀਆਂ ਆਦਤਾਂ ਨੂੰ ਛੱਡ ਦਿੰਦਾ ਹੈ। ਜਿਵੇਂ ਆਪਣਾ ਬੱਚਾ ਸਕੂਲ ਜਾਣਾ, ਉਹਨੇ ਆਪਾਂ ਉਹਨੂੰ ਸਕੂਲ 'ਤੇ ਨਾ ਪਹੁੰਚਾਈਏ, ਉਹਨੂੰ ਦੱਸੀ ਜਾਈਏ ਇਹ ਵੀ ਰਸਤਾ ਮਾੜਾ, ਇਹ ਵੀ ਚੀਜ਼ ਮਾੜੀ, ਇਹ ਵੀ ਚੀਜ਼ ਮਾੜੀ, ਤੂੰ ਉੱਥੇ ਨਾ ਜਾਈਂ, ਪਰ ਉਹਨੂੰ ਕਿਤੇ ਤੋਰਾਂਗੇ ਤਾਂ ਹੀ ਉਹਦੀ ਲਿਵ ਲੱਗੇਗੀ ਕਿਸੇ ਪਾਸੇ। ਬਸ ਆਪਣਾ ਹਾਲ ਇਹੀ ਹੈ ਵੀ ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਫਿਰ ਕਰਨਾ ਕੀ ਹੈ ਉਹ ਦੱਸਦੇ ਨਹੀਂ। ਜਦੋਂ ਕੋਈ ਬਾਣੀ ਪੜ੍ਹਨ ਲੱਗ ਪਿਆ, ਨਾਮ ਜਪਣ ਲੱਗ ਪਿਆ, ਰਹਿਤ ਰਹਿਤ ਰਹਿ ਜਾਏ ਵਿਕਾਰਾ, ਉਹਨੇ ਵਿਕਾਰ ਆਪੇ ਹੀ ਛੱਡ ਦੇਣੇ ਨੇ, ਮਾੜੇ ਪਾਸੇ ਤੋਂ ਆਪੇ ਹਟ ਜਾਣੇ। ਜਦੋਂ ਬਾਣੀ ਨੂੰ ਪੜ੍ਹੇਗਾ, ਵਿਚਾਰੇਗਾ, ਆਪਣੇ ਜੀਵਨ ਵਿੱਚ ਧਾਰਨ ਕਰਨ ਲੱਗ ਪਏ ਤੇ ਉਹਦੇ ਕੋਲ ਸਮਾਂ ਹੀ ਨਹੀਂ ਹੈ ਉਸ ਪਾਸੇ ਜਾਣ ਵਾਸਤੇ। ਤੇ ਜਦੋਂ ਸਮਾਂ ਆਪਣੇ ਕੋਲ ਕੁਝ ਕਰਨ ਦਾ ਨਹੀਂ ਹੈ ਤੇ ਆਪਾਂ ਮਾੜੇ ਪਾਸੇ ਨਹੀਂ ਜਾਵਾਂਗੇ। ਜੇ ਆਪਾਂ ਵਿਹਲੇ ਹਾਂ ਫਿਰ ਆਪਾਂ ਮਾੜਾ ਸੋਚਾਂਗੇ ਵੀ, ਮਾੜਾ ਬੋਲਾਂਗੇ ਵੀ, ਮਾੜਾ ਕਰਾਂਗੇ ਵੀ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੇਰੀ ਜੇਵਾ ਬਿਸਨ ਨੈਣ ਨਰਾਇਣ ਹਿਰਦੈ ਬਸੈ ਗੋਬਿੰਦਾ। ਮੇਰੀ ਜੇਵਾ 'ਤੇ ਵਿਸ਼ਨੂੰ ਵਾਹਿਗੁਰੂ ਦਾ ਨਾਮ ਹੈ, ਮੇਰੀਆਂ ਅੱਖਾਂ ਦੇ ਵਿੱਚ ਉਹ ਵਾਹਿਗੁਰੂ ਵਸਦਾ ਹੈ, ਮੇਰੇ ਹਿਰਦੇ ਦੇ ਵਿੱਚ ਭਾਵ ਮੇਰੇ ਰੋਮ ਰੋਮ ਦੇ ਵਿੱਚ ਉਹ ਵਾਹਿਗੁਰੂ ਵਸ ਰਿਹਾ ਹੈ। ਮੈਨੂੰ ਉਹ ਰਸ ਪ੍ਰਾਪਤ ਹੋ ਰਿਹਾ। ਕੀ ਤੁਹਾਨੂੰ ਉਹ ਪ੍ਰਾਪਤ ਹੋ ਰਿਹਾ ਹੈ? ਗਿਆਨੀ ਸੰਤ ਸਿੰਘ ਮਸ਼ਕੀਨ ਉਹਨਾਂ ਦਾ ਇੱਕ ਲੇਖ ਲਿਖਿਆ ਹੈ, ਪਵਿੱਤਰ ਲਹੂ। ਉਹ ਬੜਾ ਸੋਹਣਾ ਲੇਖ ਹੈ, ਲੈਕਚਰ ਹੈ ਉਹਨਾਂ ਦਾ, ਪੜ੍ਹਨ ਵਾਲਾ ਹੈ। ਪਵਿੱਤਰ ਲਹੂ। ਕੋਈ ਬੰਦਾ ਬਹੁਤ ਗਲਤੀਆਂ ਕਰੇ ਨਾ, ਆਪਾਂ ਕਹਿੰਦੇ ਆ ਗੰਦਾ ਲਹੂ, ਪਤਾ ਨਹੀਂ ਕਿਹਦਾ ਗੰਦਾ ਲਹੂ ਕਹਿੰਦੇ ਆ ਨਾ।
ਪਵਿੱਤਰ ਲਹੂ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਧਨਾਸਰੀ ਰਾਗ ਦੇ ਵਿੱਚ, ਕਹਿੰਦੇ ਸਾਡੇ ਸਰੀਰ ਦੀਆਂ ਜਿਹੜੀਆਂ 72 ਵੱਡੀਆਂ ਨਾੜੀਆਂ ਨੇ ਉਹ ਹੁਣ ਅੰਮ੍ਰਿਤ ਨਾਲ ਭਰ ਗਈਆਂ ਨੇ, ਲਹੂ ਪਵਿੱਤਰ ਹੋ ਗਿਆ ਹੈ। ਜਿਵੇਂ ਕੋਈ ਬੰਦਾ ਮਰ ਰਿਹਾ ਹੋਵੇ ਨਾ ਤੇ ਆਖਦੇ ਨੇ ਇਹਨੂੰ ਇਸ ਗਰੁੱਪ ਦਾ ਖੂਨ ਚਾਹੀਦਾ ਹੈ, ਉਹਨੂੰ ਬਿਮਾਰੀ ਵਾਲਾ ਖੂਨ ਨਹੀਂ ਦਿੱਤਾ ਜਾਂਦਾ, ਤੰਦਰੁਸਤ ਬੰਦੇ ਦਾ ਖੂਨ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਧਰਮ ਮਰ ਰਿਹਾ ਹੋਵੇ ਨਾ, ਧਰਮ ਦੀ ਸੰਸਕ੍ਰਿਤੀ ਮਰ ਰਹੀ ਹੋਵੇ ਤੇ ਉਹਦੇ ਵਾਸਤੇ ਪਵਿੱਤਰ ਲਹੂ ਚਾਹੀਦਾ। ਉਹ ਪਵਿੱਤਰ ਲਹੂ ਕੀ ਹੈ? ਜਿਹਨੇ ਨਾਮ ਜਪਿਆ, ਆਪਣੇ ਜੀਵਨ 'ਚ ਕਮਾਇਆ, ਉਹਦਾ ਰੋਮ ਰੋਮ ਪਵਿੱਤਰ ਹੋ ਜਾਂਦਾ, ਉਹਦਾ ਲਹੂ ਪਵਿੱਤਰ ਹੋ ਜਾਂਦਾ। ਅੰਮ੍ਰਿਤ ਭਗਤ ਨਾਮਦੇਵ ਜੀ ਸ਼ਬਦ ਨੇ ਕਿ 70 ਦੋਏ ਭਰੇ ਅੰਮ੍ਰਿਤਸਰ ਬਿਖ ਕੋ ਮਾਰ ਕਢਾਵੋ। ਵਿਚਾਰਾਂ ਦੁਆਰਾ ਲਹੂ ਗੰਦਾ ਹੁੰਦਾ ਹੈ, ਨਾ ਕਿ ਵੈਸੇ। ਖੂਨ ਤਾਂ ਕੱਢੋਗੇ, ਬ੍ਰਹਮ ਗਿਆਨੀ ਦਾ ਵੀ ਸਾਗਤ ਦਾ ਇੱਕੋ ਜਿਹਾ ਹੀ ਹੈ, ਪਰ ਜਿਹੜਾ ਗੁਰਮੁਖ ਹੈ ਉਹਦੇ ਲਹੂ ਦੇ ਵਿੱਚ ਪਵਿੱਤਰਤਾ, ਉਹ ਜਿੱਥੇ ਡੁੱਲੇਗਾ ਉੱਥੇ ਧਰਮ ਦੀ ਪੈਦਾਸ਼ ਹੋ ਜਾਵੇਗੀ, ਉੱਥੇ ਧਰਮ ਦੇ ਜਜ਼ਬੇ ਪੈਦਾ ਹੋ ਜਾਣਗੇ। ਅਪਵਿੱਤਰ ਲਹੂ, ਗੰਦਾ ਲਹੂ ਜਿੱਥੇ ਡੋਲੇਗਾ ਡੁੱਲੇਗਾ, ਅਪਵਿੱਤਰਤਾ ਬਣਾ ਦੇਵੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮੇਰੇ ਤਾਂ ਰੋਮ ਰੋਮ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਵਸ ਗਿਆ ਹੈ, ਮੈਨੂੰ ਉਹ ਰਸ ਅਨੁਭਵ ਹੋ ਰਿਹਾ। ਤੇ ਆਪਾਂ ਕੇਵਲ ਗੱਲਾਂ ਕਰਨ ਵਾਲੇ ਹਾਂ, ਸਾਨੂੰ ਉਹਦਾ ਕੋਈ ਰਸ ਨਹੀਂ। ਕੱਲ੍ਹ ਵੀ ਬੇਨਤੀ ਕੀਤੀ ਸੀ, ਦਿਸੈ ਸੁਣੀਐ ਜਾਣੀਐ ਸੁਆਓ ਨਾ ਪਾਇਆ ਜਾਏ। ਵੇਖੋ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਦਿਸ ਰਹੇ ਨੇ, ਆਪਾਂ ਜਾਣਦੇ ਵੀ ਹਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ, ਪਰ ਸਵਾਦ ਨਹੀਂ ਆਉਂਦਾ ਗੁਰੂ ਕੋਲ ਬੈਠਣ ਦਾ। ਜੋ ਗੁਰੂ ਦੀ ਆਭਾ ਹੈ ਉਹਦਾ ਰਸ ਨਹੀਂ ਸਾਨੂੰ ਮਿਲ ਰਿਹਾ। ਦਿਸੈ ਸੁਣੀਐ, ਸੁਣਦੇ ਵੀ ਹਾਂ, ਜਾਣੀਐ ਸੁਆਓ ਨਾ ਪਾਇਆ ਜਾਏ, ਪਰ ਉਹ ਸਵਾਦ ਨਹੀਂ ਆਉਂਦਾ ਜਿਹੜਾ ਬਾਣੀ ਵਿੱਚ ਲਿਖਿਆ ਵੀ ਜਦੋਂ ਕੋਈ ਗੁਰਸਿੱਖ ਗੁਰੂ ਕੋਲ ਆਉਂਦਾ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਇੱਥੇ ਤਾਂ ਗੁਰੂ ਦੀ ਤਾਬਿਆ ਵਿੱਚ ਹੀ ਆਪਾਂ ਲੜ ਪੈਂਦੇ ਹਾਂ, ਡਾਂਗਾਂ ਚੱਲ ਪੈਂਦੀਆਂ, ਕਿਰਪਾਨਾਂ ਚੱਲ ਪੈਂਦੀਆਂ ਨੇ, ਸਿੱਖ ਦਾ ਨਿਹਾਲ ਕਿੱਥੋਂ ਹੋਇਆ ਤਨ ਮਨ? ਕਿਉਂਕਿ ਉਹ ਜਾਣਿਆ ਨਹੀਂ ਹੈ। ਦੇਖਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਪਰ ਉਹ ਗੱਲ ਬਣੀ ਨਹੀਂ ਜਿਹੜੀ ਬਣਨੀ ਚਾਹੀਦੀ ਸੀ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਵੇਦ ਪੜ੍ਹੇ ਜ਼ਰੂਰ ਨੇ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਉਹ ਨਾਮ ਨਾਲ ਤਾਂ ਜੁੜੇ ਹੀ ਨਹੀਂ ਹਨ, ਬਸ ਲੋਕਾਂ ਨੂੰ ਇਹੀ ਦੁਹਾਈ ਦਿੰਦੇ ਰਹੇ ਵੀ ਤੁਹਾਡਾ ਅੱਜ ਇਹ ਗ੍ਰਹਿ ਮਾੜਾ, ਤੁਹਾਡਾ ਜੇ ਗ੍ਰਹਿ ਮਾੜਾ, ਤੁਸੀਂ ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਫਿਰ ਕਰਨਾ ਕੀ ਹੈ? ਨਾਮ ਨਾਲ ਨਾ ਆਪ ਜੁੜੇ ਤੇ ਨਾ ਹੋਰਾਂ ਨੂੰ ਜੋੜਿਆ। ਤੋ ਭਗਤ ਕਬੀਰ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ, ਜਮ ਦੁਆਰ ਜਬ ਪੂਛ ਸਬਵਰੇ ਤਬ ਕਿਆ ਕਹਿ ਸਮਕੰਦਾ। ਜਦੋਂ ਜੰਮ ਪਕੜ ਕੇ ਲੈ ਗਏ ਵਾਹਿਗੁਰੂ ਦੇ ਘਰ ਵਿੱਚ, ਫਿਰ ਤੈਨੂੰ ਪੁੱਛਿਆ ਜਾਵੇਗਾ ਕੀ ਕੀਤਾ ਹੈ, ਮਨੁੱਖਾ ਜੀਵਨ ਮਿਲਿਆ ਸੀ, ਫਿਰ ਕੀ ਜਵਾਬ ਜਾ ਕੇ ਦੇਵੇਂਗਾ? ਰਹਾਉ ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜਨਮਾਂ ਜਨਮਾਂ ਤੋਂ ਤੁਸੀਂ ਮਨੁੱਖਤਾ ਦੇ ਪਿੱਛੇ ਪਏ ਹੋ। ਲੋਕ ਤੁਹਾਡੀਆਂ ਗਊਆਂ, ਭਾਵ ਅਸੀਂ ਤੁਹਾਡੀਆਂ ਗਊਆਂ ਦੀ ਤਰ੍ਹਾਂ, ਜਿਵੇਂ ਗਵਾਲੇ ਗਊਆਂ ਨੂੰ ਚਾਰਦੇ ਨੇ, ਪਰ ਕਦੇ ਪਾਰਲੇ ਪਾਸੇ ਨਹੀਂ ਲੈ ਗਏ ਦਰਿਆ ਤੋਂ। ਭਾਵ ਮਨੁੱਖਤਾ ਨੂੰ ਸਾਰੀ ਉਮਰ ਹੋ ਗਿਆ ਤੁਹਾਨੂੰ ਠੱਗਦਿਆਂ ਨੂੰ ਧਰਮ ਦੇ ਨਾਂ 'ਤੇ, ਪਰ ਤੁਸੀਂ ਕਦੇ ਰੱਬ ਦੇ ਘਰ ਨਹੀਂ ਦਿਖਾਇਆ ਮਨੁੱਖਤਾ ਨੂੰ, ਕਦੇ ਰੱਬ ਨਾਲ ਨਹੀਂ ਜੋੜਿਆ। ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ। ਅਸੀਂ ਤੁਹਾਡੀਆਂ ਗਊਆਂ, ਤੁਸੀਂ ਗਵਾਲੇ, ਮਾਲਕ ਗੁਸਾਈ ਮਾਲਕ। ਜਨਮਾਂ ਜਨਮਾਂ ਤੋਂ ਮਨੁੱਖ ਦੇ ਜਿਹੜਾ ਧਰਮ ਦੇ ਜਾਂ ਮਨੁੱਖਤਾ ਦੇ ਤੁਸੀਂ ਰੱਖਿਅਕ ਬਣੇ ਹੋ। ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਆਰੇ। ਕੈਸੇ ਖਸਮ ਹੋ ਕਿ ਕਦੇ ਮਨੁੱਖ ਨੂੰ ਪਰਮਾਤਮਾ ਦੇ ਪਾਸੇ ਵੱਲ ਲੈ ਕੇ ਹੀ ਨਹੀਂ ਗਏ, ਉਸ ਪਾਸੇ ਜੋੜਿਆ ਹੀ ਨਹੀਂ, ਗ੍ਰਹਿਾਂ ਨਛੱਤਰਾਂ ਨਾਲ ਹੀ ਜੋੜ ਛੱਡਿਆ ਹੈ ਵੀ ਅੱਜ ਇਹ ਦਿਨ ਮਾੜਾ, ਉਹ ਦਿਨ ਚੰਗਾ, ਇਹ ਸਮਾਂ ਮਾੜਾ, ਇਹ ਮੁਹੂਰਤ ਮਾੜਾ, ਇਹ ਮੁਹੂਰਤ ਚੰਗਾ ਹੈ। ਇਸ ਪਾਸੇ ਜੋੜਿਆ ਅਤੇ ਰੱਬ ਦੇ ਨਾਮ ਨਾਲ ਜੋੜਿਆ ਹੀ ਨਹੀਂ ਹੈ। ਤੂੰ ਬਾਹਮਣ ਮੈਂ ਕਾ ਸੀਕ ਜੁਲਾ, ਬੂਝੋ ਮੋਰ ਗਿਆਨਾ। ਤੂੰ
ਕਾਂਸੀ ਦਾ ਬ੍ਰਾਹਮਣ, ਕਾਂਸੀ ਦੇ ਬ੍ਰਾਹਮਣ ਦੀ ਬੜੀ ਮਹਾਨਤਾ ਹੈ। ਜਿਵੇਂ ਕੋਈ ਟਕਸਾਲ ਵਿੱਚੋਂ ਪੜ੍ਹ ਕੇ ਆਵੇ, ਉਹਦੀ ਜਿਵੇਂ ਮਸ਼ੀਨਰੀ ਕਾਲਜ ਵਿੱਚੋਂ ਕੋਈ ਪੜ੍ਹ ਕੇ ਆਉਂਦਾ, ਕੋਈ ਸੰਥਿਆ ਲੈ ਕੇ ਆਉਂਦਾ, ਕਹਿੰਦੇ ਵੀ ਇਹਦਾ ਰੁਤਬਾ ਉੱਚਾ ਹੈ। ਇਸੇ ਤਰ੍ਹਾਂ ਜਿਹੜਾ ਕਾਂਸੀ ਵਿੱਚ ਬ੍ਰਾਹਮਣ ਪੜ੍ਹਿਆ ਹੋਵੇ ਉਹਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਤੂੰ ਕਾਂਸੀ ਦਾ ਬ੍ਰਾਹਮਣ ਭਾਵ ਬਹੁਤ ਵਿਦਵਾਨ ਹੈ, ਪਰ ਮੇਰਾ ਜਿਹੜਾ ਗਿਆਨ ਮੇਰੇ ਕੋਲ ਹੈ ਉਹਨੂੰ ਬੁੱਝ ਕੇ ਦਿਖਾ, ਕਿਉਂਕਿ ਮੇਰੇ ਕੋਲ ਗਿਆਨ ਬਾਹਰੋਂ ਇਕੱਠਾ ਹੋਇਆ ਨਹੀਂ, ਇਹ ਆਤਮਿਕ ਗਿਆਨ ਅਨੁਭਵੀ ਗਿਆਨ ਹੈ। ਤੁਮ ਤੋ ਜਾਚੇ ਭੂਪਤ ਰਾਜੇ ਹਰਿ ਸਿਉ ਮੋਰ ਧਿਆਨਾ। ਤੁਸੀਂ ਵੇਦ ਪੜ੍ਹ ਕੇ, ਧਾਰਮਿਕ ਗ੍ਰੰਥ ਪੜ੍ਹ ਕੇ ਰਾਜਿਆਂ ਦੇ ਭਿਖਾਰੀ ਰਾਜਿਆਂ ਕੋਲੋਂ ਜਾ ਕੇ ਮੰਗਦੇ ਹੋ, ਪਰ ਸਾਡਾ ਧਿਆਨ ਪਰਮੇਸ਼ਵਰ ਵਿੱਚ ਜੁੜਿਆ ਹੈ। ਅਸੀਂ ਉਸ ਪਰਮੇਸ਼ਵਰ ਵਾਹਿਗੁਰੂ ਦੇ ਕੋਲੋਂ ਹੀ ਮੰਗਦੇ ਹਾਂ। ਭਾਵ ਕਿ ਭਗਤੀ ਕਰਕੇ ਜੀਵ ਕਿਸੇ ਮਨੁੱਖ ਦਾ ਮੁਹਤਾਜ ਨਹੀਂ ਰਹਿ ਜਾਂਦਾ, ਉਹ ਵਾਹਿਗੁਰੂ ਦੇ ਨਾਲ ਜੁੜ ਕੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਐਸਾ ਨਾਮ ਦਾ ਬਾਣੀ ਦਾ ਮਹਾਤਮ ਹੈ, ਔਰ ਇਸੇ ਪ੍ਰਯੋਜਨ ਵਾਸਤੇ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਸੋ ਗੁਰਮੁਖੋ ਸਤਿਗੁਰੂ ਮੈਂ ਰਾਮਤ ਕਰਨ, ਪਖੰਡ ਛੱਡ ਕੇ, ਕਰਮ ਕਾਂਡ ਛੱਡ ਕੇ ਬਾਣੀ ਦੇ ਬਾਣੇ ਦੇ ਧਾਰਨੀ ਹੋਈਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਵ ਸਿੰਘ ਗੁਰਦਾਸ ਕਰਦੇ